ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 12 ਮਾਹ ਬਾਣੀ ਅੰਦਰ ਕੱਤਕ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਸਾਲ ਦਾ 8ਵਾਂ ਮਹੀਨਾ ਹੈ ਔਰ 12 ਮਾਹ ਬਾਣੀ ਅੰਦਰ ਇਹ 9ਵਾਂ ਸ਼ਬਦ ਹੈ। ਗਰੀਬ ਨਵਾਜ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਕਤਿਕ ਕਰਮ ਕਮਾਵਣੇ। ਕੱਤਕ ਮਹੀਨੇ ਦੁਆਰਾ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਵੀ ਜਿਸ ਤਰ੍ਹਾਂ ਦੇ ਜੀਵ ਕਰਮ ਕਰਦਾ ਹੈ, ਜਿਸ ਤਰ੍ਹਾਂ ਦੇ ਕਰਮ ਕਮਾਉਣੇ ਕਰਦਾ, ਉਸੇ ਤਰ੍ਹਾਂ ਦਾ ਇਸ ਜੀਵ ਨੂੰ ਫਲ ਮਿਲਦਾ ਹੈ। ਕਰਮ ਭਾਵੇਂ ਇਹ ਚੰਗੇ ਕਰੇ ਜਾਂ ਮਾੜੇ ਕਰੇ, ਜਿਸ ਤਰ੍ਹਾਂ ਦਾ ਕਰਮ ਕਮਾਉਂਦਾ ਹੈ ਉਸੇ ਤਰ੍ਹਾਂ ਦਾ ਹੀ ਇਸ ਨੂੰ ਸੁੱਖ ਅਤੇ ਦੁੱਖ ਦਾ ਫਲ ਮਿਲਦਾ। ਚੰਗੇ ਅਤੇ ਮਾੜੇ ਦੋ ਤਰ੍ਹਾਂ ਦੇ ਕਰਮ ਹਨ ਔਰ ਉਹਨਾਂ ਦਾ ਦੋ ਤਰ੍ਹਾਂ ਦਾ ਹੀ ਫਲ ਹੈ, ਸੁੱਖ ਅਤੇ ਦੁੱਖ। ਜਿਸ ਤਰ੍ਹਾਂ ਦੇ ਜੀਵ ਕਰਮ ਕਮਾਉਂਦਾ ਹੈ ਉਸੇ ਤਰ੍ਹਾਂ ਦਾ ਹੀ ਇਹਨੂੰ ਫਲ ਪ੍ਰਾਪਤ ਹੁੰਦਾ। ਔਰ ਇਹ ਮਨੁੱਖਾ ਸਰੀਰ ਇਹ ਕਰਮ ਦਾ ਬੀਜ ਬੀਜਣ ਦੀ ਇੱਕ ਜ਼ਮੀਨ ਹੈ, ਖੇਤ ਹੈ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਜਿਹੋ ਜਿਹਾ ਬੀਜ ਇਹ ਜੀਵ ਬੀਜਦਾ ਹੈ ਉਸੇ ਤਰ੍ਹਾਂ ਦਾ ਹੀ ਫਲ ਇਸ ਨੂੰ ਪ੍ਰਾਪਤ ਹੁੰਦਾ ਹੈ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਕਤਿਕ ਕਰਮ ਕਮਾਵਣੇ। ਜਿਸ ਤਰ੍ਹਾਂ ਦੇ ਜੀਵ ਨੇ ਕਰਮ ਕਮਾਉਣੇ ਕੀਤੇ, ਦੋਸ ਨਾ ਕਾਹੂ ਜੋਗ। ਉਸ ਦਾ ਜਦੋਂ ਫਲ ਮਿਲਦਾ ਹੈ, ਮਾੜੇ ਕਰਮਾਂ ਦਾ ਫਲ, ਦੁੱਖ ਰੂਪੀ ਫਲ ਮਿਲਦਾ ਹੈ, ਫਿਰ ਉਹਦਾ ਦੋਸ਼ ਦੇਣਾ ਕਿਸੇ ਨੂੰ ਯੋਗ ਨਹੀਂ। ਕਈ ਵਾਰੀ ਕਿਸੇ ਨੂੰ ਦੋਸ਼ ਦਿੰਦਾ ਹੈ, ਕਿਸੇ ਉੱਤੇ ਦੋਸ਼ ਆਰੋਪਦਾ ਹੈ। ਮਹਾਰਾਜ ਕਹਿੰਦੇ ਵੀ ਜੋ ਜੀਵ ਕਰਦਾ ਹੈ ਉਹਦਾ ਫਲ ਇਸ ਨੂੰ ਮਿਲਦਾ। ਦੱਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਇਸ ਕਰਕੇ ਜੀਵ ਨੂੰ ਚਾਹੀਦਾ ਹੈ ਇਹ ਮਾੜੇ ਕਰਮ ਛੱਡ ਕੇ ਚੰਗੇ ਕਰਮ ਕਰੇ। ਚੰਗੇ ਕਰਮਾਂ ਦੇ ਵਿੱਚ ਨਿੱਤ ਕਰਮ ਹੁੰਦਾ ਹੈ, ਨਮਿੱਤ ਕਰਮ ਹੁੰਦਾ ਹੈ, ਪ੍ਰਾਸ਼ਚਿਤ ਕਰਮ ਹੁੰਦਾ ਹੈ। ਇਹ ਕਰਮ ਜਿਹੜੇ ਹਨ ਇਹ ਕੀਤੇ ਜਾਂਦੇ ਹਨ। ਇਸ ਕਰਕੇ ਇਹ ਜੀਵ ਨੂੰ ਨਿੱਤ ਕਰਮ ਜਿਹੜਾ ਹੈ ਉਹ ਵੀ ਕਰਨਾ ਚਾਹੀਦਾ। ਜਿਵੇਂ ਗੁਰੂ ਸਾਹਿਬ ਜੀ ਨੇ ਨਿੱਤ ਕਰਮ ਕਰਨ ਵਾਸਤੇ ਨਿਤਨੇਮ ਬਖਸ਼ਿਸ਼ ਕੀਤਾ ਹੈ। ਨਿੱਤ ਕਰਮ ਜਿਹੜਾ ਰੋਜ਼ ਕੀਤਾ ਜਾਵੇ, ਅਤੇ ਨਮਿੱਤ ਕਰਮ ਜਿਵੇਂ ਸੰਗਰਾਂਦ ਦਾ ਦਿਹਾੜਾ ਹੈ, ਇੱਕ ਨਮਿੱਤ ਬਣ ਗਿਆ। ਅਤੇ ਸੰਗਰਾਂਦ ਦੇ ਦਿਹਾੜੇ ਦੇ ਬਹਾਨੇ ਦੇ ਨਾਲ
ਸਤ ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਜੀ ਨੇ 12 ਬਾਣੀ ਦਾ ਉਚਾਰਨ ਕੀਤਾ। ਗੁਰਸਿੱਖ ਨਿਤਨੇਮ ਦੇ ਨਾਲ ਰੋਜ਼ ਵੀ 12 ਬਾਣੀ ਦਾ ਪਾਠ ਕਰਦੇ ਆ। ਪਰ ਸਾਰੇ ਗੁਰੂ ਘਰਾਂ ਵਿੱਚ ਸੰਗਰਾਂਦ ਵਾਲੇ ਦਿਨ ਵਿਸ਼ੇਸ਼ ਕਰਕੇ 12 ਬਾਣੀ ਦਾ ਪਾਠ ਹੁੰਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਜਿਹੜਾ ਮਹੀਨਾ ਆਰੰਭ ਹੋਵੇ ਉਸ ਸ਼ਬਦ ਦਾ ਪਾਠ ਸ੍ਰੀ ਮੁਖ ਵਾਕ ਤੋਂ ਬਾਅਦ ਸੁਣਾਇਆ ਜਾਂਦਾ। ਜਿਵੇਂ ਕੱਤਕ ਦਾ ਮਹੀਨਾ ਆਰੰਭ ਹੋਇਆ ਤੇ ਕੱਤਕ ਮਹੀਨੇ ਦਾ ਇਸ ਸ਼ਬਦ ਦਾ ਪਾਠ ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਸ੍ਰੀ ਦਰਬਾਰ ਸਾਹਿਬ ਵਿੱਚ ਵੀ ਸੁਣਾਇਆ ਜਾਂਦਾ ਹੈ। ਤਾਂ ਨਿਮਿੱਤ ਬਣ ਜਾਂਦਾ। ਇਸੇ ਤਰ੍ਹਾਂ ਹੋਰ ਵੀ ਖੁਸ਼ੀ ਗਮੀ ਦਾ ਮੌਕਾ ਜਿਸ ਵੇਲੇ ਹੁੰਦਾ ਹੈ ਉਸ ਵੇਲੇ ਵੀ ਗੁਰਬਾਣੀ ਦਾ ਓਟ ਆਸਰਾ ਲੈਣਾ, ਸਿਮਰਨ ਭਜਨ ਕਰਨਾ, ਖੁਸ਼ੀ ਦੇ ਮੌਕੇ ਦੇ ਨਿਮਿੱਤ ਨੂੰ ਲੈ ਕੇ, ਗਮੀ ਦੇ ਮੌਕੇ ਦੇ ਨਿਮਿੱਤ ਨੂੰ ਲੈ ਕੇ। ਸਤਿਗੁਰੂ ਜੀ ਨੇ ਤਾਂ ਹਰ ਵੇਲੇ ਹੀ ਗੁਰਬਾਣੀ ਦਾ ਓਟ ਆਸਰਾ ਬਖਸ਼ਿਆ। ਇਸ ਕਰਕੇ ਨਿੱਤ ਕਰਮ ਨਿਮਿੱਤ ਕਰਮ ਉਹ ਵੀ ਕੀਤੇ ਜਾਂਦੇ ਹਨ। ਜਿਵੇਂ ਕੋਈ ਪੁਰਾਣੀ ਚੜ੍ਹਾਈ ਕਰਦਾ ਹੈ ਤਾਂ ਉਹ ਇੱਕ ਨਿਮਿੱਤ ਬਣ ਜਾਂਦਾ ਨਾ। ਉਸ ਵੇਲੇ ਵੀ ਸ੍ਰੀ ਸਹਿਜ ਪਾਠ ਜਾਂ ਸ੍ਰੀ ਅਖੰਡ ਪਾਠ ਸਾਹਿਬ ਕੀਤਾ ਜਾਂਦਾ ਹੈ ਤਾਂ ਉਹ ਬਾਣੀ ਪੜ੍ਹੀ ਜਾਵੇ, ਬਾਣੀ ਸੁਣੀ ਜਾਵੇ। ਆਇਓ ਸੁਣਨ ਪੜ੍ਹਨ ਕਉ ਬਾਣੀ, ਜੀਵ ਆਇਆ ਹੀ ਬਾਣੀ ਸੁਣਨ ਵਾਸਤੇ ਤੇ ਬਾਣੀ ਪੜ੍ਹਨ ਵਾਸਤੇ ਇਸ ਸੰਸਾਰ 'ਤੇ। ਨਾਮ ਵਿਸਾਰ ਲੱਗਹਿ ਅਨ ਲਾਲਚ ਬਿਰਥਾ ਜਨਮ ਪੁਰਾਣੀ। ਤਾਂ ਨਿੱਤ ਕਰਮ ਵੀ ਰੋਜ਼ ਕਰਨਾ ਚਾਹੀਦਾ। ਕਈ ਵਾਰੀ ਇਹ ਸ਼ੰਕਾ ਵੀ ਪੈਦਾ ਹੁੰਦਾ ਨਾ ਵੀ ਨਿੱਤ ਰੋਜ਼ ਹੀ ਉਹ ਬਾਣੀ ਕਿਉਂ ਪੜ੍ਹਨੀ ਹੈ। ਅਤੇ ਗੁਰੂ ਸਾਹਿਬਾਂ ਨੇ ਨਿਤਨੇਮ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ, ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦਾ, ਰਾਤੀ ਕੀਰਤਨ ਸੋਹਿਲੇ ਦਾ। ਅੱਗੇ ਤਾਂ ਜਿੰਨਾ ਗੁਰੂ ਸਾਹਿਬ ਕਿਰਪਾ ਕਰਨ, ਸਵਾਸ ਸਵਾਸ ਵੀ ਮਹਾਰਾਜ ਦਾ ਹੁਕਮ ਹੈ, ਉਹ ਤਾਂ ਸਤਿਗੁਰੂ ਕਿਰਪਾ ਕਰਕੇ ਆਪ ਕਰਵਾ ਲੈਣ। ਤਾਂ ਨਿੱਤ ਕਰਮ ਜੇ ਨਾ ਕੀਤਾ ਜਾਵੇ, ਇੱਕ ਉਦਾਹਰਨ ਵਜੋਂ ਘਰ ਦੀ ਸਫਾਈ ਜੇ ਰੋਜ਼ ਨਾ ਕੀਤੀ ਜਾਵੇ ਤੇ ਘਰ ਦੇ ਵਿੱਚ ਗੰਦਗੀ ਪੈ ਜਾਂਦੀ ਹੈ। ਰੋਜ਼ ਝਾੜੂ ਨਾ ਦਿੱਤਾ ਜਾਵੇ, ਰੋਜ਼ ਬਸਤਰ ਨਾ ਸਾਫ਼ ਕੀਤੇ ਜਾਣ, ਇਹ ਵੀ ਤਾਂ ਨਿੱਤ ਕਰਮ ਹੈ। ਇਹ ਸੰਸਾਰੀ ਤੌਰ 'ਤੇ ਨਿੱਤ ਕਰਮ ਹੈ। ਘਰ ਦੇ ਵਿੱਚ ਰੋਜ਼ ਸਫਾਈ ਕੀਤੀ ਜਾਂਦੀ ਹੈ। ਜੇ 5-7 ਦਿਨ ਨਾ ਸਫਾਈ ਕਰੋ ਅਤੇ ਉੱਥੇ ਘਰ ਵਿੱਚ ਬੈਠਾ ਨਹੀਂ ਜਾ ਸਕਦਾ। ਕਿੰਨਾ ਘੱਟਾ ਮਿੱਟੀ, ਕਿੰਨੀ ਗੰਦਗੀ ਇਕੱਠੀ ਹੋ ਜਾਵੇਗੀ। ਇਸ ਕਰਕੇ ਜੇ ਰੋਜ਼ ਨਿਤਨੇਮ ਨਾ ਕੀਤਾ ਜਾਵੇ ਅਤੇ ਇਹ ਹਿਰਦੇ ਰੂਪੀ ਘਰ ਦੇ ਵਿੱਚ ਵੀ ਕਿੰਨਾ ਕੂੜਾ ਕਰਕਟ ਇਕੱਠਾ ਹੋ ਜਾਵੇਗਾ। ਤਾਂ ਇਹ ਸਤਿਗੁਰੂ ਜੀ ਨੇ ਸਾਨੂੰ ਸ਼ੁਭ ਕਰਮ ਬਖਸ਼ਿਸ਼ ਕੀਤੇ। ਕਰਮ ਜੀਵ ਨੂੰ ਚੰਗਾ ਕਰਨਾ ਚਾਹੀਦਾ ਹੈ ਅਤੇ ਸਭ ਤੋਂ ਚੰਗਾ ਕਰਮ ਮਹਾਰਾਜ ਨੇ ਆਖਿਆ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਵਾਹਿਗੁਰੂ ਦੀ ਕੀਰਤੀ ਕਰਨੀ, ਸਤ ਸੰਗਤ ਕਰਨੀ, ਇਹ ਸ਼੍ਰੋਮਣੀ ਕਰਮ ਹੈ ਕਰਮਾਂ ਵਿੱਚੋਂ। ਤਾਂ ਕਰਮਾਂ ਦੀ ਬਹੁਤ ਵੱਡੀ ਫਿਲਾਸਫੀ ਹੈ। ਪੰਚਮ ਪਾਤਸ਼ਾਹ ਕਹਿੰਦੇ ਹਨ ਕਿ ਜਿਹੋ ਜਿਹੇ ਜੀਵ ਕਰਮ ਕਮਾਉਂਦਾ ਹੈ ਉਸੇ ਤਰ੍ਹਾਂ ਦਾ ਇਹਨੂੰ ਫਲ ਮਿਲਦਾ ਹੈ। ਫਿਰ ਇਸ ਨੂੰ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਦੋਸ਼ ਦੇਣਾ ਯੋਗ ਨਹੀਂ, ਠੀਕ ਨਹੀਂ ਹੈ। ਪਹਿਲਾਂ ਹੀ ਕਰਮ ਚੰਗੇ ਕਰਨੇ ਚਾਹੀਦੇ ਹਨ। ਤਾਂ ਬਾਣੀ 'ਚ ਇਹ ਵੀ ਮਹਾਰਾਜ ਨੇ ਆਖਿਆ ਵੀ ਇਹ ਜੀਵ ਕਰਮ ਮਾੜੇ ਕਰਦਾ ਹੈ ਅਤੇ ਫਲ ਚੰਗਾ ਮੰਗਦਾ, ਪਾਪ ਕਰਦਾ ਹੈ ਅਤੇ ਸੁੱਖ ਮੰਗਦਾ, ਜ਼ਹਿਰ ਬੀਜਦਾ ਹੈ ਅਤੇ ਅੰਮ੍ਰਿਤ ਮੰਗਦਾ ਹੈ। ਬੀਜੇ ਬਿਖ ਮੰਗੈ ਅੰਮ੍ਰਿਤ, ਵੇਖ ਹੋਏ ਹੋ ਨਿਆਓ। ਇਸੇ ਤਰ੍ਹਾਂ ਬਾਬਾ ਸੇਖ ਫਰੀਦ ਸਾਹਿਬ ਜੀ ਦੇ ਬਚਨ ਹਨ, ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਦਾ ਲੋੜ ਹੈ ਪੱਟ। ਤਾਂ ਅੱਗੇ ਫਰਮਾਉਂਦੇ ਹਨ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜੋ ਪਰਮ ਈਸ਼ਵਰ ਹੈ, ਅਕਾਲ ਪੁਰਖ ਵਾਹਿਗੁਰੂ ਹੈ,
ਉਸ ਪ੍ਰਭੂ ਦੇ ਭੁੱਲਣੇ ਕਰਕੇ ਸਾਰੇ ਰੋਗ ਜੀਵ ਨੂੰ ਆ ਕੇ ਵਿਆਪ ਜਾਂਦੇ। ਸਰੀਰਕ ਰੋਗ, ਮਾਨਸਿਕ ਰੋਗ, ਸੋ ਇਹ ਸਾਰੇ ਹੀ ਰੋਗ ਜਿਹੜੇ ਹਨ, ਮਨ ਬਾਣੀ ਸਰੀਰ ਕਰਕੇ ਜੀਵ ਰੋਗੀ ਹੋ ਜਾਂਦਾ ਹੈ। ਹਉਮੈ ਦਾ ਰੋਗ, ਤ੍ਰਿਸ਼ਨਾ ਦਾ ਰੋਗ, ਵਿਕਾਰਾਂ ਦਾ ਰੋਗ, ਇਹ ਸਭ ਪ੍ਰਕਾਰ ਦੇ ਰੋਗ ਜਿਹੜੇ ਹਨ ਪਰਮੇਸ਼ਰ ਦੇ ਭੁੱਲਣੇ ਕਰਕੇ ਹੀ ਵਿਆਪਦੇ ਹਨ। ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਪੰਚਮ ਪਾਤਸ਼ਾਹ ਕਹਿੰਦੇ ਜਿਹੜੇ ਜੀਵ ਉਸ ਸਰਬ ਵਿਆਪਕ RAM ਤੇ ਵੇਮੁਖ ਹੋ ਗਏ, ਜਿਨ੍ਹਾਂ ਨੇ ਆਪਣਾ ਮੁੱਖ ਮੋੜ ਲਿਆ, ਆਪਣਾ ਹਿਰਦਾ ਮੋੜ ਲਿਆ, ਪ੍ਰਭੂ ਤੋਂ ਬੇਮੁਖ ਹੋ ਗਏ, ਉਹਨਾਂ ਨੂੰ ਜਨਮਾਂ ਜਨਮਾਂ ਦੇ ਵਿਛੋੜੇ ਲੱਗ ਜਾਂਦੇ ਹਨ। ਉਹ ਜੰਮਦੇ ਤੇ ਮਰਦੇ ਰਹਿੰਦੇ ਹਨ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿਸ ਵੇਲੇ ਉਹ ਕੀਤੇ ਮਾੜੇ ਕਰਮਾਂ ਦਾ ਫਲ ਮਿਲਿਆ, ਜਨਮਾਂ ਜਨਮਾਂ ਦਾ ਵਿਛੋੜਾ ਪੈ ਗਿਆ, ਤੇ ਫਿਰ ਜਿਹੜੇ ਮਾਇਆ ਦੇ ਭੋਗ ਭੋਗੇ ਸੀ ਨਾ, ਉਹ ਇੱਕ ਖਿਣ ਵਿੱਚ ਹੀ ਕੌੜੇ ਹੋ ਗਏ। ਜਿਸ ਮਾਇਆ ਦੇ ਭੋਗਾਂ ਪਦਾਰਥਾਂ ਵਿੱਚ ਖਚ ਧੋ ਕਰਕੇ ਪ੍ਰਭੂ ਨੂੰ ਭੁਲਾਇਆ ਸੀ, ਪ੍ਰਭੂ ਤੋਂ ਵੇਮੁਖ ਹੋਇਆ ਸੀ, ਇੱਕ ਖਿਣ ਦੇ ਵਿੱਚ ਹੀ ਉਹ ਸਾਰੇ ਕੌੜੇ ਹੋ ਗਏ, ਜਿਨ੍ਹਾਂ ਨੂੰ ਮਿੱਠੇ ਕਰਕੇ ਭੋਗਿਆ ਸੀ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਉਸ ਵਕਤ ਕੋਈ ਵਿੱਚ ਦਾ ਅਰਥ ਇੱਥੇ ਹੈ ਵਿਚੋਲਗੀ, ਚੱਚੇ ਨੂੰ ਔਂਕੜ ਲੱਗਾ ਹੋਇਆ ਹੈ ਵੀ ਕੋਈ ਵਿੱਚ ਪੈ ਕੇ ਵਿਚੋਲਾ ਬਣ ਕੇ ਕੋਈ ਸਹਾਇਤਾ ਨਹੀਂ ਕਰ ਸਕਾ, ਨਹੀਂ ਕਰ ਸਕਦਾ। ਕਿਸ ਥੈ ਰੋਵਹਿ ਰੋਜ਼, ਕਿਸ ਥਾਂ 'ਤੇ ਜਾ ਕੇ ਫਿਰ ਰੋਜ਼ ਦੇ ਰੋਣੇ ਰੋਵੇਗਾ। ਆਪਣਾ ਜਿਹੜਾ ਦੁੱਖ ਹੈ ਉਹ ਰੋਜ਼ ਕਿਹਦੇ ਕੋਲੇ ਜਾ ਕੇ ਰੋਵੇਗਾ, ਭਾਵ ਫਿਰ ਕਿਸੇ ਨੂੰ ਨਹੀਂ ਸੁਣਾਇਆ ਜਾ ਸਕਦਾ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਜਦੋਂ ਸਮਾਂ ਲੰਘ ਗਿਆ, ਫਿਰ ਕੀਤਾ ਹੋਇਆ ਕੁਝ ਵੀ ਨਹੀਂ ਇਸ ਦੇ ਪਾਸੋਂ ਹੋ ਸਕਦਾ। ਜਦੋਂ ਇਹ ਕੀਤੇ ਕਰਮਾਂ ਦਾ ਫਲ ਭੋਗਣ ਲੱਗ ਪਿਆ, ਫਿਰ ਕੀਤਾ ਹੋਇਆ ਕੁਛ ਨਹੀਂ ਇਹਦੇ ਤੋਂ ਹੋ ਸਕਦਾ। ਫਿਰ ਤਾਂ ਜੋ ਲਿਖਿਆ ਗਿਆ ਧੁਰ ਤੋਂ ਉਹੀ ਸੰਜੋਗ ਬਣਦਾ ਹੈ, ਉਹੀ ਕੁਝ ਇਹਨੂੰ ਮਿਲਦਾ ਹੈ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਇਹ ਮਨੁੱਖਾ ਜਨਮ ਦੇ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਜੇ ਇਸ ਜੀਵ ਦੇ ਵੱਡੇ ਭਾਗ ਹੋਣ, ਤਾਂ ਵੱਡਿਆਂ ਭਾਗਾਂ ਨਾਲ ਜੇ ਮੇਰਾ ਪ੍ਰਭੂ ਇਸ ਨੂੰ ਮਿਲ ਪਵੇ, ਤਾਂ ਫਿਰ ਇਸ ਜੀਵ ਦੇ ਸਾਰੇ ਵਿਯੋਗ ਵਿਛੋੜੇ ਉਤਰ ਜਾਣ। ਜੋ ਵਿਛੋੜੇ ਦੇ ਸਾਰੇ ਦੁੱਖ ਹਨ ਉਹ ਦੂਰ ਹੋ ਜਾਣ, ਲੈ ਜਾਣ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਅਖੀਰਲੀਆਂ ਪੰਕਤੀਆਂ 'ਚ ਮਹਾਰਾਜ ਕਹਿੰਦੇ ਹਨ ਕਿ ਇੰਝ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਮੇਰੇ ਮਾਲਕ, ਬੰਧਨਾਂ ਨੂੰ ਮੋਚ ਕੱਟਣ ਵਾਲੇ, ਆਪ ਮੈਨੂੰ ਰੱਖ ਲੈਣਾ ਕਰੋ, ਮੇਰੀ ਰੱਖਿਆ ਕਰੋ, ਸਹਾਇਤਾ ਕਰੋ। ਆਪ ਹੀ ਬੰਧਨਾਂ ਨੂੰ ਕੱਟਣ ਵਾਲੇ ਹੋ, ਬੰਦੀ ਮੋਚ ਹੋ, ਬੰਦੀ ਛੋੜ ਹੋ, ਬੰਧਨਾਂ ਤੋਂ ਰੱਖਿਆ ਕਰਨ ਵਾਲੇ ਹੋ, ਬੰਧਨਾਂ ਨੂੰ ਕੱਟਣ ਵਾਲੇ ਹੋ। ਮੋਚ ਨਾਮ ਕੱਟਣ ਦਾ ਹੈ, ਤੇ ਆਪ ਮੇਰੀ ਰੱਖਿਆ ਕਰੋ, ਮੈਨੂੰ ਰੱਖ ਲੈਣਾ ਕਰੋ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜਿਵੇਂ ਏਮਨਾਬਾਦ ਦੀ ਬਾਬਰ ਦੀ ਕੈਦ ਵਿੱਚੋਂ ਏਮਨਾਬਾਦ ਵਾਸੀਆਂ ਨੂੰ ਮਹਾਰਾਜ ਨੇ ਰਿਹਾ ਕਰਾਇਆ ਸੀ। ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਦਾਤੇ ਨੇ ਰਿਹਾ ਕਰਾਇਆ ਸੀ। ਜਿਵੇਂ ਸਤਿਗੁਰੂ ਆਪ ਜੀ ਨੇ ਬੰਧਨ ਕੱਟੇ, ਇਸੇ ਤਰ੍ਹਾਂ ਮੇਰੇ ਮਾਲਕ ਮੇਰੇ ਵੀ ਬੰਧਨ ਕੱਟੋ, ਮੇਰੇ ਸਾਹਿਬ ਬੰਦੀ ਮੋਚ। ਆਪ ਗਰਭ ਦੇ ਬੰਧਨਾਂ ਤੋਂ ਮੇਰੀ ਰੱਖਿਆ ਕਰੋ, ਜਨਮ ਮਰਨ ਦੇ ਬੰਧਨ ਕੱਟੋ, 84 ਲੱਖ ਜੂਨਾਂ ਦੇ ਬੰਧਨ ਕੱਟੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਦੇ ਬੰਧਨ ਕੱਟੋ। ਆਪ ਮਾਇਆ ਦੇ, ਇਹ ਤ੍ਰਿਸ਼ਨਾ ਦੇ, ਹਉਮੈ ਦੇ ਬੰਧਨ ਕੱਟੋ ਜੀ। ਕਤਿਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਕੱਤਕ ਮਹੀਨੇ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਵੀ ਜੇ ਜੀਵ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਵੇ ਤਾਂ ਇਹਦੀਆਂ ਸਾਰੀਆਂ ਸੋਚਾਂ ਖਤਮ ਹੋ ਜਾਣ,
ਇਹਦੀਆਂ ਸਾਰੀਆਂ ਸੋਚਾਂ, ਚਿੰਤਾਵਾਂ, ਫਿਕਰ, ਗਮ, ਝੋਰੇ ਬਿਨ ਸਜਾਣ ਜੇ ਇਸ ਨੂੰ ਵੱਡਿਆਂ ਭਾਗਾਂ ਦੇ ਨਾਲ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਵੇ, ਸਾਧ ਸੰਗਤ ਵਿੱਚ ਮਿਲ ਕੇ ਇਹ ਨਾਮ ਜਪੇ, ਨਾਮ ਸੁਣੇ, ਗੁਰਬਾਣੀ ਪੜ੍ਹੇ, ਗੁਰਬਾਣੀ ਸਰਵਣ ਕਰੇ, ਤਾਂ ਫਿਰ ਇਹ ਸੋਚਾਂ ਫਿਕਰਾਂ ਤੋਂ ਰਹਿਤ ਹੋ ਜਾਵੇ, ਇਸ ਦੇ ਬੰਧਨ ਕੱਟੇ ਜਾਣ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮਹੀਨੇ ਦੇ ਵਿੱਚ ਜੀਵ ਨੂੰ ਚੰਗੇ ਕਰਮ ਕਰਨ ਦਾ ਉਪਦੇਸ਼ ਬਖਸ਼ਿਆ ਹੈ ਔਰ ਅਖੀਰਲੀਆਂ ਪੰਕਤੀਆਂ 'ਚ ਬੇਨਤੀ ਕਰਨ ਦਾ ਢੰਗ ਦੱਸਿਆ। ਅਤੇ ਗਰੀਬ ਨਵਾਜ ਨੇ ਆਖਿਆ ਵੀ ਜੇ ਸਾਧ ਸੰਗਤ ਪ੍ਰਾਪਤ ਹੋ ਜਾਵੇ ਫਿਰ ਸਾਰੀਆਂ ਸੋਚਾਂ ਹੀ ਮੁੱਕ ਜਾਣ, ਕਿਉਂਕਿ ਸਾਧ ਸੰਗਤ ਵਿੱਚੋਂ ਨਾਮ ਦੀ ਪ੍ਰਾਪਤੀ ਹੋਣੀ ਹੈ ਅਤੇ ਪ੍ਰਭੂ ਦਾ ਸਿਮਰਨ, ਪ੍ਰਭੂ ਦਾ ਨਾਮ ਫਿਰ ਸਾਰੇ ਸੁੱਖਾਂ ਦਾ ਦਾਤਾ ਹੈ, ਸਾਰੀਆਂ ਬਖਸ਼ਿਸ਼ਾਂ ਦਾ ਦਾਤਾ ਹੈ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ, ਕਤਿਕ ਹੋਵੈ ਸਾਧ ਸੰਗ, ਬਿਨ ਸਹੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।